ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਾਵਲਕਾਰ ਨਛੱਤਰ ਦਾ ਨਾਵਲ ਕਵਨ ਦੇਸ ਹੈ ਮੇਰਾ ਦਾ 6ਵਾਂ ਕਾਂਡ ਪੜ੍ਹਾਂਗੇ। ਆਪਣੇ ਬੇਸਮੈਂਟ ਅੰਦਰ ਪਈ ਦਮਨ ਪਿਛਲੇ 2-2.5 ਘੰਟਿਆਂ ਤੋਂ ਕਰਨ ਬਾਰੇ ਹੀ ਸੋਚ ਰਹੀ ਸੀ। ਉਦਣ ਕਰਨ ਰਾਤ ਦੀ ਡਿਊਟੀ ਤੇ ਹੋਣ ਕਾਰਨ ਦਮਨ ਨੂੰ ਪੂਰੀ ਰਾਤ ਇਕੱਲੇ ਹੀ ਬਿਤਾਉਣੀ ਪਈ ਸੀ। ਉਸ ਨਾਲ ਇਸ ਤਰ੍ਹਾਂ ਦਾ ਪਹਿਲੀ ਵਾਰ ਨਹੀਂ ਸੀ ਹੋ ਰਿਹਾ, ਸਗੋਂ ਉੱਥੇ ਰਹਿਣ ਵਾਲਿਆਂ ਲਈ ਉਹ ਆਮ ਜਿਹੀ ਗੱਲ ਸੀ। ਕਦੇ ਔਰਤ ਰਾਤ ਦੀ ਡਿਊਟੀ ਕਰ ਰਹੀ ਹੁੰਦੀ ਅਤੇ ਕਦੇ ਮਰਦ, ਪਰ ਇਸ ਤਰ੍ਹਾਂ ਜ਼ਿਆਦਾਤਰ ਉੱਥੇ ਪੜ੍ਹਨ ਗਏ ਵਿਦਿਆਰਥੀਆਂ ਨਾਲ ਹੀ ਵਾਪਰਦਾ। ਉਹਨਾਂ ਨੂੰ ਆਪਣੇ ਖਰਚਿਆਂ ਲਈ ਹਮੇਸ਼ਾ ਪੈਸਿਆਂ ਦੀ ਤੁੜ ਰਹਿੰਦੀ ਹੋਣ ਕਾਰਨ ਜਿਹੋ ਜਿਹਾ ਅਤੇ ਜਿਸ ਵੇਲੇ ਦਾ ਵੀ ਕੰਮ ਮਿਲਦਾ ਉਹ ਕਰ ਲੈਂਦੇ ਸਨ। ਪੱਕੀ ਨਾਗਰਿਕਤਾ ਮਿਲ ਜਾਣ ਵਾਲਿਆਂ ਨੂੰ ਅਜਿਹੀ ਸਮੱਸਿਆ ਘੱਟ ਆਉਂਦੀ। ਵਾਹ ਲੱਗਦੀ ਉਹ ਆਪਣੀ ਮਨਮਰਜ਼ੀ ਦੇ ਉਹ ਹੀ ਕੰਮ ਕਰਦੇ ਜਿਹੜੇ ਦਿਨੇ ਦਿਨ ਨਿਬਟ ਜਾਣ, ਪਰ ਕਦੇ ਕਦੇ ਪੱਕੀ ਨੌਕਰੀ ਵਾਲਿਆਂ ਨੂੰ ਵੀ ਰਾਤ ਦੀ ਡਿਊਟੀ ਕਰਨੀ ਪੈ ਜਾਂਦੀ ਸੀ। ਆਪਣੇ ਬਿਸਤਰੇ 'ਤੇ ਪਈ ਦਮਨ ਨੂੰ ਅਚਾਨਕ ਘੁਟਨ ਜਿਹੀ ਮਹਿਸੂਸ ਹੋਣ ਲੱਗ ਪਈ, ਪਰ ਉਸਨੂੰ ਸਮਝ ਨਹੀਂ ਸੀ ਲੱਗ ਰਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਸ਼ਾਮ ਵੇਲੇ ਮੈਕਡੋਨਲਡਸ ਤੋਂ ਡਿਊਟੀ ਖਤਮ ਕਰ ਉਹ ਆਪਣੀ ਰਿਹਾਇਸ਼ ਲਾਗੇ ਪਾਰਕ ਵਿੱਚ ਘੁੰਮਣ ਚਲੀ ਗਈ ਸੀ। ਕੁਝ ਸਮਾਂ ਉਹ ਇੱਕ ਬੈਂਚ 'ਤੇ ਬੈਠ ਮੌਸਮ ਅੰਦਰ ਆ ਰਹੀ ਤਬਦੀਲੀ ਬਾਰੇ ਸੋਚਦੀ ਰਹੀ। ਮਿੱਸਾ ਜਿਹਾ ਮੌਸਮ ਹੋਣ ਕਾਰਨ ਦਮਨ ਨੂੰ ਉੱਥੇ ਬੈਠਣਾ ਚੰਗਾ ਮਹਿਸੂਸ ਹੋ ਰਿਹਾ ਸੀ, ਪਰ ਮਨ ਵਿੱਚ ਕਰਨ ਬਾਰੇ ਆ ਰਹੇ ਕਈ ਤਰ੍ਹਾਂ ਦੇ ਖਿਆਲਾਂ ਬਾਰੇ ਸੋਚ ਅੰਦਰੋਂ ਕਿਤੇ ਉਸ ਨੂੰ ਆਪਣਾ ਆਪ ਹਿੱਲਿਆ ਜਿਹਾ ਵੀ ਲੱਗਿਆ। ਦਮਨ ਜਿਸ ਬੇਸਮੈਂਟ ਵਿੱਚ ਕਰਨ ਨਾਲ ਰਹਿ ਰਹੀ ਸੀ ਉਹ ਕਾਫੀ ਵੱਡੀ ਹੋਣ ਕਾਰਨ 2 ਹਿੱਸਿਆਂ ਵਿੱਚ ਵੰਡੀ ਹੋਈ ਸੀ। ਇੱਕ ਹਿੱਸੇ ਵਿੱਚ 2 ਵਿਦਿਆਰਥਣਾਂ, ਇੱਕ ਖੰਨੇ ਤੋਂ ਤੇ ਦੂਜੀ ਮੋਗੇ ਤੋਂ ਰਹਿੰਦੀਆਂ ਸਨ। ਦਮਨ ਦੇ ਨਾਲ ਰਹਿੰਦੀ ਕੁੜੀ ਦੇ ਕੁਝ ਮਹੀਨੇ ਪਹਿਲਾਂ ਆਪਣਾ ਕੋਰਸ ਪੂਰਾ ਕਰ ਕਿਸੇ ਹੋਰ ਥਾਵੇਂ ਰਹਿਣ ਲੱਗ ਪੈਣ ਤੇ ਦੂਸਰੇ ਹਿੱਸੇ ਦਾ ਪੂਰਾ ਕਿਰਾਇਆ ਇਕੱਲੀ ਦਮਨ ਨੂੰ ਹੀ ਦੇਣਾ ਪੈ ਰਿਹਾ ਸੀ। ਦਮਨ ਚਾਹੁੰਦੀ ਸੀ ਕਿ ਇੱਕ ਹੋਰ ਵਿਦਿਆਰਥੀ ਉਸ ਨਾਲ ਰਲ ਜਾਵੇ ਤਾਂ ਉਸ ਨੂੰ ਦਿੱਤੇ ਜਾਣ ਵਾਲੇ ਕਿਰਾਏ ਵਿੱਚ ਕੁਝ ਰਾਹਤ ਮਿਲ ਜਾਏ, ਪਰ ਬਹੁਤ ਕੋਸ਼ਿਸ਼ ਕਰਨ ਤੇ ਵੀ ਉਸ ਨੂੰ ਕੋਈ ਹੋਰ ਵਿਦਿਆਰਥਣ ਲੱਭ ਨਹੀਂ ਰਹੀ ਸੀ। ਦੂਸਰੇ ਹਿੱਸੇ 'ਚ ਰਹਿੰਦੀਆਂ ਕੁੜੀਆਂ ਦਮਨ ਨੂੰ ਕੋਈ ਮਰਦ ਵਿਦਿਆਰਥੀ ਉੱਤੇ ਨਹੀਂ ਸਨ ਲਿਆਉਣ ਦੇਣਾ ਚਾਹੁੰਦੀਆਂ। ਲਗਭਗ ਉਸ ਸਮੇਂ ਦੌਰਾਨ ਹੀ ਦਿੱਲੀੋਂ ਹੋਰ ਅੱਗੇ ਪੜ੍ਹਨ ਲਈ ਦਮਨ ਦੇ ਡਗਲਸ ਕਾਲਜ ਵਿੱਚ ਕਰਨ ਨੇ ਦਾਖਲਾ ਲਿਆ ਸੀ। ਭਾਵੇਂ ਕਰਨ ਅਤੇ ਦਮਨ ਦੇ ਕੋਰਸ ਅਲੱਗ-ਅਲੱਗ ਸਨ, ਪਰ ਭਾਰਤੀ ਪੰਜਾਬ ਤੋਂ ਆਏ ਹਰ ਵਿਦਿਆਰਥੀ ਦੀ ਉੱਥੇ ਪਹਿਲਾਂ ਤੋਂ ਪੜ੍ਹਨ ਵਾਲਿਆਂ ਨਾਲ ਜਾਣ ਪਛਾਣ ਹੋ ਹੀ ਜਾਂਦੀ। ਕਰਨ ਨੇ ਉੱਥੇ ਪੜ੍ਹਦੇ ਮੁੰਡੇ ਕੁੜੀਆਂ ਦੇ ਚਿਹਰੇ ਕੁਝ ਹੀ ਦਿਨਾਂ ਵਿੱਚ ਚੰਗੀ ਤਰ੍ਹਾਂ ਪੜ੍ਹ ਲਏ ਸਨ। ਭਾਵੇਂ ਦਮਨ ਦਾ ਚਿਹਰਾ ਉਸਨੂੰ ਜ਼ਿਆਦਾ ਖਿੱਚ ਪਾਊ ਨਹੀਂ ਸੀ ਲੱਗਿਆ, ਪਰ ਕਰਨ ਨੂੰ ਉਸਦੀ ਬੋਲਬਾਣੀ ਵਿੱਚ ਬਹੁਤ ਜ਼ਿਆਦਾ ਮਿਠਾਸ ਮਹਿਸੂਸ ਹੋਈ। ਬਾਕੀ ਕੁੜੀਆਂ ਨਾਲੋਂ ਦਮਨ ਦਾ ਵਰਤਾਓ ਉਸ ਨੂੰ ਕੁਝ ਜ਼ਿਆਦਾ ਹੀ ਚੰਗਾ ਲੱਗ ਰਿਹਾ ਸੀ। ਕਰਨ ਆਪਣੀ ਮੰਮੀ ਦੀ ਸਹੇਲੀ ਦੇ ਜਿਸ ਰਿਸ਼ਤੇਦਾਰ ਦੇ ਘਰ ਠਹਿਰਿਆ ਹੋਇਆ ਸੀ, ਉੱਥੇ 2 ਕੁ ਹਫ਼ਤੇ ਰਹਿਣ ਤੋਂ ਬਾਅਦ ਹੀ ਉਸਨੂੰ ਮਹਿਸੂਸ ਹੋਣ ਲੱਗ ਪਿਆ ਜਿਵੇਂ ਉਸਨੂੰ ਜਲਦੀ ਹੀ ਕਿਸੇ ਹੋਰ ਥਾਵੇਂ ਰਹਿਣ ਲਈ ਪ੍ਰਬੰਧ ਕਰਨਾ ਪਏਗਾ। ਭਾਵੇਂ ਘਰ ਵਾਲਿਆਂ ਨੇ ਉਸਨੂੰ ਇਹ ਬੋਲ ਕੇ ਕੁਝ ਵੀ ਅਜਿਹਾ ਨਹੀਂ ਸੀ ਆਖਿਆ ਜਿਸ ਕਾਰਨ ਉਹ ਅਜਿਹਾ ਸੋਚਣ ਲੱਗ ਪਿਆ ਹੋਵੇ, ਪਰ ਘਰ ਅੰਦਰਲਾ ਬੋਝਲ ਮਾਹੌਲ ਕਾਰਨ ਕਰਨ ਨੂੰ ਸਹਿਜ ਨਹੀਂ ਸੀ ਹੋਣ ਦੇ ਰਿਹਾ। ਕਰਨ ਨੇ ਆਪਣੇ ਕਈ ਸਾਥੀਆਂ ਨਾਲ ਕੋਈ ਨਵੀਂ ਥਾਂ ਉਸ ਲਈ ਲੱਭਣ ਬਾਰੇ ਗੱਲ ਕੀਤੀ। ਉਹ ਸਾਰੇ ਉਸਦੀ ਮਦਦ ਕਰਨ ਲਈ ਤਿਆਰ ਤਾਂ ਸਨ, ਪਰ ਉਸ ਸਮੇਂ ਉਹ ਇੱਕ ਦੂਜੇ ਨਾਲ ਪਹਿਲਾਂ ਹੀ ਐਡਜਸਟ ਹੋ ਚੁੱਕੇ ਸਨ। ਕਰਨ ਉਸਦੀ ਕੋਈ ਵੀ ਸਹਾਇਤਾ ਕਰਨ ਨੂੰ ਅਸਮਰਥ ਲੱਗੇ। ਜੇ ਤੁਹਾਡੇ ਕੋਲ ਕੁਝ ਸਮਾਂ ਹੋਵੇ ਤਾਂ ਅੱਜ ਮੇਰੇ ਨਾਲ ਬੈਠ ਕੌਫੀ ਪੀ ਸਕਦੇ ਹੋ। ਇੱਕ ਦਿਨ ਦੋਹਾਂ ਦੀਆਂ ਕਲਾਸਾਂ ਇੱਕੋ ਸਮੇਂ ਖਤਮ ਹੋਣ ਤੇ ਦਮਨ ਨੇ ਝਿਜਕਦੇ ਕਰਨ ਨੂੰ ਇਹ ਗੱਲ ਆਖੀ ਸੀ। ਆਪਣੇ ਸਾਹਮਣੇ ਖੜੀ ਦਮਨ ਦੀ ਗੱਲ ਸੁਣ ਕਰਨ ਨੂੰ ਬਹੁਤ ਹੀ ਅਲੱਗ ਤਰ੍ਹਾਂ ਲੱਗਿਆ, ਕਿਉਂਕਿ ਕੈਨੇਡਾ ਆਉਣ ਤੇ ਪਹਿਲੀ ਵਾਰ ਕਿਸੇ ਕੁੜੀ ਨੇ ਉਸ ਨਾਲ ਇੰਨੀ ਅਪਣਤ ਦਿਖਾਉਂਦਿਆਂ ਗੱਲ ਕੀਤੀ ਸੀ। ਪਰ ਮੈਂ ਅੱਜ ਜਲਦੀ ਘਰ ਵਾਪਸ ਜਾਣਾ ਚਾਹੁੰਦਾ। ਦਮਨ ਦੇ ਚਿਹਰੇ ਵੱਲ ਕੁਝ ਛਿਣ ਦੇਖਦੇ ਰਹਿਣ ਤੋਂ ਬਾਅਦ ਕਰਨ ਨੇ ਉਸ ਨਾਲ ਚੱਲਣ ਲਈ ਹਾਮੀ ਭਰੀ ਤਾਂ ਦਮਨ ਦੀਆਂ ਅੱਖਾਂ ਵਿੱਚ ਤੈਰਦਾ ਜੱਕੋ ਤੱਕੀ ਦਾ ਅਹਿਸਾਸ ਇੱਕਦਮ ਹੀ ਕਿਧਰੇ ਉਡਾਰੀ ਮਾਰ ਗਿਆ। ਥੈਂਕ ਯੂ। ਦਮਨ ਨੇ ਉਸਦਾ ਹੱਥ ਫੜ ਕਾਲਜ ਲਾਗਲੇ ਟਿਮ ਹੋਟਨ ਵੱਲ ਜਾਂਦਿਆਂ ਇਹ ਬੋਲ ਆਖੇ ਤਾਂ ਕਰਨ ਨੇ ਉਸਦੇ ਚਿਹਰੇ ਵੱਲ ਹਲਕਾ ਜਿਹਾ ਮੁਸਕਰਾ ਕੇ ਦੇਖਿਆ। ਕੁਝ ਕਦਮ ਤੁਰਨ ਤੱਕ ਕਰਨ ਦਾ ਹੱਥ ਆਪਣੇ ਹੱਥ ਵਿੱਚ ਫੜੀ ਰੱਖਣ ਤੋਂ ਬਾਅਦ ਦਮਨ ਨੇ ਆਪ ਹੀ ਉਸਦਾ ਹੱਥ ਹੌਲੀ ਜਿਹੇ ਛੱਡ ਦਿੱਤਾ। ਕਰਨ ਆਪਣੇ ਸਾਥੀਆਂ ਨਾਲ ਪਹਿਲਾਂ ਵੀ ਕਈ ਵਾਰ ਕੌਫੀ ਪੀਣ ਉੱਥੇ ਗਿਆ ਸੀ, ਪਰ ਕੈਨੇਡਾ ਆਉਣ ਤੇ ਕਿਸੇ ਕੁੜੀ ਨਾਲ ਕੌਫੀ ਪੀਣ ਦਾ ਉਸਦਾ ਪਹਿਲਾ ਮੌਕਾ ਸੀ। ਕੌਫੀ ਦੀਆਂ ਘੁੱਟਾਂ ਭਰਦਾ ਕਰਨ ਵਿੱਚ ਦਮਨ ਦੇ ਚਿਹਰੇ ਵੱਲ ਵੀ ਦੇਖ ਲੈਂਦਾ, ਪਰ ਦਮਨ ਬਿਨਾਂ ਕਿਸੇ ਝਿਜਕ ਦੇ ਲਗਾਤਾਰ ਕੁਝ ਨਾ ਕੁਝ ਬੋਲੀ ਜਾ ਰਹੀ ਸੀ। ਕਦੇ ਉਹ ਆਪਣੇ ਕਾਲਜ ਦੇ ਸਾਥੀਆਂ ਬਾਰੇ ਗੱਲਾਂ ਕਰਨ ਲੱਗ ਪੈਂਦੀ, ਕਦੇ ਕੈਨੇਡਾ ਆਉਣ ਤੇ ਉਸ ਸਮੇਂ ਤੱਕ ਦੇਖਿਆ ਉੱਥੋਂ ਦੀਆਂ ਥਾਵਾਂ ਬਾਰੇ ਦੱਸਣ ਲੱਗਦੀ। ਭਾਵੇਂ ਕਰਨ ਨੂੰ ਉਸਦੀਆਂ ਗੱਲਾਂ ਵਿੱਚ ਬਹੁਤ ਦਿਲਚਸਪੀ ਨਹੀਂ ਸੀ, ਪਰ ਫਿਰ ਵੀ ਉਸਦਾ ਨਾਲ ਬੈਠਣਾ ਉਸਨੂੰ ਚੰਗਾ ਲੱਗ ਰਿਹਾ ਸੀ। ਚੰਗਾ ਦਮਨ, ਹੁਣ ਮੈਨੂੰ ਕਮਰੇ 'ਚ ਪਹੁੰਚਣ ਦੀ ਕਾਹਲੀ ਹੈ। ਇੱਕ ਅਸਾਈਨਮੈਂਟ ਮਿਲੀ ਹੈ, ਉਹ ਕੰਪਲੀਟ ਕਰਕੇ ਕੱਲ੍ਹ ਹੀ ਸਬਮਿਟ ਕਰਨੀ ਹੈ। ਕਾਫੀ ਖਤਮ ਕਰਨ ਤੋਂ ਬਾਅਦ ਕਰਨ ਟਿਮ ਹੋਟਨ ਅੰਦਰੋਂ ਨਿਕਲ ਕੇ ਕਰਨ ਬੋਲਿਆ।
ਕਰਨ ਦੇ ਬੋਲ ਸੁਣ ਦਮਨ ਦਾ ਖਿੜਿਆ ਹੋਇਆ ਚਿਹਰਾ ਥੋੜ੍ਹਾ ਜਿਹਾ ਮੁਰਝਾ ਗਿਆ। ਉਸਦਾ ਦਿਲ ਕਰ ਰਿਹਾ ਸੀ ਕਿ ਉਹ ਕਰਨ ਨਾਲ ਕੁਝ ਹੋਰ ਸਮਾਂ ਗੁਜ਼ਾਰੇ। ਬਾਏ, ਜਲਦੀ ਹੀ ਫੇਰ ਮਿਲਾਂਗੇ। ਦਮਨ ਦੇ ਉਤਰੇ ਹੋਏ ਚਿਹਰੇ ਨੂੰ ਦੇਖ ਕਰਨ ਨੇ ਉਸ ਨੂੰ ਖੁਸ਼ ਦੇਖਣ ਲਈ ਆਖਿਆ। ਬਾਏ, ਪਰ ਦਮਨ ਦੇ ਬੁੱਲ੍ਹਾਂ ਵਿੱਚੋਂ ਮਸਾਂ ਹੀ ਨਿਕਲੇ ਬੋਲ ਸੁਣ ਕਰਨ ਨੂੰ ਲੱਗਿਆ ਜਿਵੇਂ ਉਹ ਉਸ ਨਾਲੋਂ ਵਿਛੜਨ 'ਤੇ ਕੁਝ ਜ਼ਿਆਦਾ ਹੀ ਉਦਾਸ ਹੋ ਗਈ ਹੋਵੇ। ਉਸ ਦਿਨ ਤੋਂ ਬਾਅਦ ਵੀ ਕਰਨ ਤੇ ਦਮਨ ਮਿਲਦੇ ਸਨ ਤਾਂ ਬੜੀ ਹੀ ਭੱਜਾ ਨੱਠੀ ਵਿੱਚ। ਦਮਨ ਤਾਂ ਕਰਨ ਨਾਲ ਬੈਠ ਗੱਲਾਂ ਕਰਨਾ ਚਾਹੁੰਦੀ ਸੀ, ਪਰ ਪੜ੍ਹਾਈ ਵਿੱਚ ਉਲਝਾ ਕਰਨ ਹੀ ਉਸ ਨਾਲ ਬੈਠ ਕੇ ਗੱਲ ਕਰਨ ਲਈ ਸਮਾਂ ਨਹੀਂ ਸੀ ਕੱਢ ਸਕਿਆ। ਦਿੱਲੀ ਰਹਿੰਦੇ ਹੋਣ ਕਾਰਨ ਦਮਨ ਨੂੰ ਕਰਨ ਦੀਆਂ ਹਰਕਤਾਂ ਵਿੱਚ ਉਨੀ ਚੁਸਤੀ ਅਤੇ ਚਲਾਕੀ ਨਹੀਂ ਸੀ ਦਿਖਾਈ ਦਿੰਦੀ ਜਿੰਨੀ ਪੰਜਾਬੋਂ ਆਏ ਹੋਰ ਵਿਦਿਆਰਥੀਆਂ ਵਿੱਚ ਦਮਨ ਨੂੰ ਦਿਖੀ ਸੀ। ਕਾਲਜ ਸਮੇਂ ਕਰਨ ਕਿਸੇ ਨਾਲ ਵੀ ਬਹੁਤ ਖੁੱਲ੍ਹ ਕੇ ਗੱਲ ਨਹੀਂ ਸੀ ਕਰਦਾ। ਉਹ ਹਮੇਸ਼ਾ ਆਪਣੇ ਆਪ ਵਿੱਚ ਹੀ ਸੁੰਗੜਿਆ ਰਹਿੰਦਾ ਸੀ। ਚਿਹਰਾ ਦੇਖਣ ਤੋਂ ਦਮਨ ਦੇ ਨੈਣ ਨਕਸ਼ ਉਨੇ ਖਿੱਚ ਪਾਉ ਨਹੀਂ ਸਨ ਜਿੰਨੇ ਕਰਨ ਦੇ ਨਾਲ ਪੜ੍ਹਦੀਆਂ ਹੋਰ ਕੁੜੀਆਂ ਦੇ ਸਨ, ਪਰ ਉਹ ਕਰਨ ਨੂੰ ਦਿਲੋਂ ਬਹੁਤ ਚੰਗੀ ਲੱਗੀ। ਆਪਣੀ ਜ਼ਿੰਦਗੀ ਦੀ ਕਿਤਾਬ ਵਿਚਲੀਆਂ ਕਈ ਗੱਲਾਂ ਉਸਨੇ ਕਰਨ ਨਾਲ ਜਿਸ ਸਹਿਜ ਅਤੇ ਸਲੀਕੇ ਨਾਲ ਸਾਂਝੀਆਂ ਕੀਤੀਆਂ, ਉਸ ਨੂੰ ਮਹਿਸੂਸ ਕਰਨ ਨੂੰ ਲੱਗਿਆ ਜਿਵੇਂ ਦਮਨ ਨਾਲ ਤੁਰੇ ਫਿਰਨ 'ਤੇ ਵੀ ਉਹ ਕਰਨ ਨੂੰ ਦਿਖਾਈ ਨਹੀਂ ਸਨ ਦੇਣੀਆਂ। ਉਹਨਾਂ ਦਿਨਾਂ ਦੌਰਾਨ ਹੀ ਦਮਨ ਨੇ ਕਰਨ ਨਾਲ ਬੇਸਮੈਂਟ ਸ਼ੇਅਰ ਕਰਨ ਵਾਲੀ ਗੱਲ ਵੀ ਸਾਂਝੀ ਕੀਤੀ ਸੀ। ਪਹਿਲੀ ਵਾਰ ਕਰਨ ਦਮਨ ਦੇ ਨਾਲ ਉਸ ਦੀ ਰਿਹਾਇਸ਼ 'ਤੇ ਗਿਆ ਤਾਂ ਤੁਰ ਫਿਰ ਕੇ ਆਲਾ ਦੁਆਲਾ ਦੇਖਣ 'ਤੇ ਕਰਨ ਨੂੰ ਇਹ ਇਲਾਕਾ ਕਾਫੀ ਚੰਗਾ ਲੱਗਿਆ। ਕਾਲਜ ਦੇ ਨੇੜੇ ਹੋਣ ਕਾਰਨ ਉਸ ਇਲਾਕੇ ਦੇ ਘਰਾਂ ਦੀਆਂ ਜ਼ਿਆਦਾਤਰ ਬੇਸਮੈਂਟਾਂ ਪੰਜਾਬੋਂ ਪੜ੍ਹਨ ਆਏ ਵਿਦਿਆਰਥੀਆਂ ਨਾਲ ਭਰੀਆਂ ਪਈਆਂ ਸਨ। ਉਸਦੇ ਕਾਲਜ ਦੇ ਕਈ ਵਿਦਿਆਰਥੀ ਵੀ ਕਰਨ ਨੂੰ ਉੱਥੇ ਮਿਲੇ ਸਨ। ਇਹ ਤਾਂ ਕਾਲਜ ਦੇ ਨਜ਼ਦੀਕ ਹੋਣ ਕਾਰਨ ਬਾਕੀ ਥਾਵਾਂ ਨਾਲੋਂ ਕੁਝ ਬੈਸਟ ਆ। ਇਸ ਬਾਰੇ ਜਾਣ ਕਰਨ ਉੱਥੇ ਸ਼ਿਫਟ ਕਰਨ ਬਾਰੇ ਸੋਚਣ ਲੱਗ ਪਿਆ ਸੀ। ਕਿਸੇ ਵੀ ਮੁੰਡੇ ਨਾਲ ਰਹਿਣਾ ਕਰਨ ਨੂੰ ਬਹੁਤ ਆਸਾਨ ਲੱਗ ਰਿਹਾ ਸੀ, ਪਰ ਦਮਨ ਨਾਲ ਰਹਿਣ ਬਾਰੇ ਸੋਚਣ 'ਤੇ ਉਸਦੇ ਚਿੱਤ ਨੂੰ ਕੁਝ ਹੋਣ ਲੱਗ ਪੈਂਦਾ। ਕੀ ਸੋਚਣਗੇ ਲੋਕ? ਉਹ ਦਮਨ ਨਾਲ ਇੱਧਰ ਉੱਧਰ ਬੇਝਿਜਕ ਤੁਰ ਫਿਰ ਤਾਂ ਰਿਹਾ ਸੀ, ਪਰ ਉਸ ਨਾਲ ਬੇਸਮੈਂਟ ਸ਼ੇਅਰ ਕਰਨ ਦੇ ਸਵਾਲ 'ਤੇ ਕਰਨ ਦੇ ਜ਼ਿਹਨ ਵਿੱਚ ਇਹੋ ਜਿਹੇ ਖਿਆਲ ਆਉਣ ਲੱਗ ਪੈਂਦੇ। ਦਮਨ ਵਾਲੀ ਬੇਸਮੈਂਟ ਦੇ ਦੂਸਰੇ ਹਿੱਸੇ ਵਿੱਚ ਜਿਹੜੀਆਂ ਕੁੜੀਆਂ ਰਹਿ ਰਹੀਆਂ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਦਮਨ ਕਿਸੇ ਮੁੰਡੇ ਨਾਲ ਆਪਣੀ ਹਿੱਸੇ ਦੀ ਬੇਸਮੈਂਟ ਸ਼ੇਅਰ ਕਰਨ ਬਾਰੇ ਸੋਚ ਰਹੀ ਸੀ ਤਾਂ ਉਹ ਦਮਨ ਨਾਲ ਕਾਫੀ ਨਾਰਾਜ਼ ਹੋਈਆਂ। ਜੇ ਕੋਈ ਕੁੜੀ ਮੇਰੇ ਨਾਲ ਬੇਸਮੈਂਟ ਸ਼ੇਅਰ ਕਰਨ ਲਈ ਤਿਆਰ ਹੀ ਨਹੀਂ ਹੋ ਰਹੀ ਤਾਂ ਦੱਸੋ ਮੈਂ ਕੀ ਕਰਾਂ? ਮੈਂ ਇਕੱਲੀ ਤਾਂ ਪੂਰਾ ਕਿਰਾਇਆ ਨਹੀਂ ਦੇ ਸਕਦੀ। ਜਦੋਂ ਦਮਨ ਨੇ ਉਹਨਾਂ ਨੂੰ ਦਲੀਲ ਨਾਲ ਸਮਝਾਇਆ ਤਾਂ ਦਮਨ ਦੀ ਗੱਲ ਨਾਲ ਉਹ ਸਹਿਮਤ ਹੋਈਆਂ ਜਾਂ ਨਹੀਂ, ਪਰ ਚੁੱਪ ਜ਼ਰੂਰ ਹੋ ਗਈਆਂ। ਆਪਣੇ ਜ਼ਿਹਨ ਵਿੱਚ ਆ ਜਾ ਰਹੇ ਤੋਖਲੇ ਉਸਦੇ ਮਨ ਨਾਲ ਉਸਨੇ ਦਮਨ ਨਾਲ ਸਾਂਝੇ ਕੀਤੇ ਤਾਂ ਕਰਨ ਨੂੰ ਲੱਗਿਆ ਜਿਵੇਂ ਦਮਨ ਉਸ ਨਾਲ ਬੇਸਮੈਂਟ ਸ਼ੇਅਰ ਕਰਨੋਂ ਨਾ ਆਖ ਦੇਵੇਗੀ। ਇੱਥੇ ਆਪਾਂ ਸਾਰੇ ਇਹ ਕਿਸੇ ਵੀ ਤਰ੍ਹਾਂ PR ਲੈਣ ਲਈ ਆਏ ਹਾਂ। ਪੜ੍ਹਾਈ ਦਾ ਤਾਂ ਇੱਕ ਬਹਾਨਾ ਹੈ, ਸਾਨੂੰ ਇੱਕ ਦੂਜੇ ਦੀ ਜ਼ਰੂਰਤ ਵੀ ਪੈਂਦੀ ਹੀ ਰਹਿਣੀ ਹੈ। ਯੂਰੋਪੀਅਨ ਮੁਲਕਾਂ ਵਿੱਚ ਔਰਤ ਮਰਦ ਵਾਲਾ ਫਰਕ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਜੇ ਆਪਾਂ ਇੱਥੇ ਆ ਕੇ ਵੀ ਆਪਣੇ ਦਿਮਾਗਾਂ ਵਿੱਚ ਉਹ ਹੀ ਤੂੜੀ ਭਰੀ ਰੱਖਾਂਗੇ ਜਿਹੜੀ ਉੱਥੇ ਲਈ ਫਿਰਦੇ ਸੀ, ਫਿਰ ਤਾਂ ਆਪਾਂ ਕਿਸੇ ਵੀ ਖੇਤਰ ਵਿੱਚ ਅੱਗੇ ਨਹੀਂ ਵੱਧ ਸਕਾਂਗੇ। ਦਮਨ ਨੇ ਜਿਸ ਦਲੇਰੀ ਅਤੇ ਦਲੀਲ ਨਾਲ ਆਪਣੇ ਮਨ ਅੰਦਰਲੀਆਂ ਗੱਲਾਂ ਕਰਨ ਨਾਲ ਸਾਂਝੀਆਂ ਕੀਤੀਆਂ, ਉਹਨਾਂ ਨੂੰ ਸੁਣ ਕਰਨ ਨੂੰ ਲੱਗਿਆ ਜਿਵੇਂ ਉਹ ਬਹੁਤ ਹੀ ਸੁਲਝੀ ਹੋਈ ਅਤੇ ਅਗਾਂਹ ਵਧੂ ਸੋਚ ਵਾਲੀ ਕੁੜੀ ਹੋਵੇ। ਉਸ ਦੇਸ਼ ਵਿੱਚ ਆਉਣ 'ਤੇ ਜਿਵੇਂ ਦਮਨ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉੱਥੋਂ ਦੇ ਸਮਾਜ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਲਿਆ ਹੋਵੇ। ਪਰ ਉਸ ਦਿਨ ਕਰਨ ਦਮਨ ਨਾਲ ਬੇਸਮੈਂਟ ਸ਼ੇਅਰ ਕਰਨ ਬਾਰੇ ਕਿਸੇ ਵੀ ਨਤੀਜੇ 'ਤੇ ਨਹੀਂ ਸੀ ਪਹੁੰਚ ਸਕਿਆ। ਉਸ ਤੋਂ ਅਗਲੇ ਐਤਵਾਰ ਕਰਨ ਦੁਪਹਿਰ ਵੇਲੇ ਹੀ ਦਮਨ ਕੋਲ ਪਹੁੰਚ ਗਿਆ। ਦਮਨ ਨੇ ਉਸਨੂੰ ਆਪਣੀ ਪਸੰਦ ਦੇ ਰਾਜਮਾ ਚਾਵਲ ਬਣਾ ਕੇ ਖਵਾਏ। ਰਾਜਮਾ ਵਿੱਚ ਆਉਂਦੀ ਮਹਿਕ ਨੂੰ ਮਹਿਸੂਸ ਕਰਨ ਨੂੰ ਲੱਗਿਆ ਜਿਵੇਂ ਉਹ ਆਪਣੀ ਮੰਮੀ ਦੇ ਬਣਾਏ ਹੋਏ ਰਾਜਮਾ ਚਾਵਲ ਖਾ ਰਿਹਾ ਹੋਵੇ, ਪਰ ਇਹ ਗੱਲ ਉਸਨੇ ਦਮਨ ਨੂੰ ਨਾ ਦੱਸੀ। ਤੁਸੀਂ ਚੁੱਪਚਾਪ ਬੈਠੇ ਰਹੋ। ਜਦੋਂ ਦਮਨ ਰਾਜਮਾ ਬਣਾਉਣ ਲਈ ਮਸਾਲਾ ਤਿਆਰ ਕਰ ਰਹੀ ਸੀ, ਉਸ ਸਮੇਂ ਕਰਨ ਉਸਦੀ ਸਹਾਇਤਾ ਲਈ ਲਾਗੇ ਗਿਆ ਤਾਂ ਦਮਨ ਨੇ ਉਸਦੀ ਬਾਂਹ ਫੜ ਉਸਨੂੰ ਕੁਰਸੀ 'ਤੇ ਬੈਠ ਜਾਣ ਲਈ ਆਖ ਦਿੱਤਾ। ਆਪੋ ਆਪਣੀਆਂ ਪਲੇਟਾਂ ਵਿਚਲੇ ਰਾਜਮਾ ਚਾਵਲ ਖਤਮ ਕਰ ਲੈਣ ਤੋਂ ਬਾਅਦ ਦਮਨ ਕੁਝ ਪਲ ਕਰਨ ਦੇ ਚਿਹਰੇ ਵੱਲ ਦੇਖਦੀ ਰਹੀ, ਪਰ ਉਸ ਤੋਂ ਬਾਅਦ ਦਮਨ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਆਪਣੀ ਜ਼ਿੰਦਗੀ ਨਾਲ ਸੰਬੰਧਿਤ ਇੱਕ ਗੱਲਾਂ ਬਿਨਾਂ ਕਿਸੇ ਝਿਜਕ ਦੇ ਕਰਨ ਨੂੰ ਦੱਸਣ ਲੱਗ ਪਈ। ਧੀਏ, 47 ਵੇਲੇ ਪਾਕਿਸਤਾਨ ਨੂੰ ਉਜੜ ਕਾਨਪੁਰ ਆ ਬੈਠੇ ਤਾਂ ਆਪਣਾ ਸਭ ਕੁਝ ਲੁੱਟੇ ਪੁੱਟੇ ਜਾਣ 'ਤੇ ਵੀ ਅਸੀਂ ਸੁੱਖ ਦਾ ਸਾਹ ਲਿਆ ਸੀ ਕਿ ਇਹ ਆਪਣਾ ਦੇਸ਼ ਆ। ਹੁਣ ਇੱਥੇ ਕੋਈ ਡਰ ਨਹੀਂ। ਪਰ ਦਹਾਕਿਆਂ ਦੀ ਜੋੜੀ ਇੱਕ ਪਾਈ ਨਾਲ ਰਹਿਣ ਲਈ ਜਿਹੜਾ ਆਲਣਾ ਤੁਸੀਂ ਉੱਥੇ ਬਣਾਇਆ, ਸਾਨੂੰ ਨਹੀਂ ਸੀ ਪਤਾ ਕਿ 47 ਵਾਂਗ ਉਹ ਵੀ 84 ਵਿੱਚ ਸਾਨੂੰ ਛੱਡਣਾ ਪਏਗਾ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਉਸ ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ਦੇ ਕਰਵਾਏ ਕਤਲੇਆਮ ਕਾਰਨ ਦੂਸਰੀ ਵਾਰ ਆਪਣਾ ਸਭ ਕੁਝ ਗਵਾ ਕੇ ਸਾਨੂੰ ਲੁਧਿਆਣੇ ਆਉਣਾ ਪਿਆ। ਆਪਣੀ ਦਾਦੀ ਦੁਆਰਾ ਦੱਸੀਆਂ ਗੱਲਾਂ ਕਰਨ ਨੂੰ ਦੱਸਦੀ ਦਮਨ ਨੂੰ ਭੋਰਾ ਵੀ ਝਿਜਕ ਨਹੀਂ ਸੀ ਲੱਗ ਰਹੀ। ਅਚਾਨਕ ਦਮਨ ਨੂੰ ਆਪਣੀ ਵਿਥਿਆ ਦੱਸਣ ਲੱਗ ਪਈ ਦੇਖ ਬੇਸਮੈਂਟ ਅੰਦਰ ਇੱਧਰ ਉੱਧਰ ਤੁਰਿਆ ਫਿਰਦਾ ਕਰਨ ਭਾਵੁਕ ਹੋ ਦਮਨ ਦੇ ਲਾਗੇ ਬੈਠ ਉਸ ਦੀਆਂ ਗੱਲਾਂ ਸੁਣਨ ਲੱਗ ਪਿਆ।
ਕਾਨਪੁਰੋਂ ਦਮਨ ਦੀ ਦਾਦੀ ਗੁਰਦੀਤੀ, ਉਸਦਾ ਡੈਡੀ ਪ੍ਰਿਥੀ ਅਤੇ ਉਸਦੀ ਮੰਮੀ ਕੇਸਰੀ ਹੀ ਬਚ ਕੇ ਲੁਧਿਆਣੇ ਪਹੁੰਚੇ ਸਨ। ਦਮਨ ਉਸ ਵੇਲੇ ਜਨਮੀ ਨਹੀਂ ਸੀ। ਦਮਨ ਦੇ ਦਾਦੇ ਨੂੰ ਉਸਦੀ ਛੋਟੀ ਜਿਹੀ ਸਟੇਸ਼ਨਰੀ ਦੀ ਦੁਕਾਨ ਦੇ ਅੰਦਰ ਹੀ ਪਾਗਲ ਭੀੜ ਨੇ ਅੱਗ ਲਾ ਸਾੜ ਦਿੱਤਾ ਸੀ। ਉਸ ਛੋਟੇ ਜਿਹੇ ਪਰਿਵਾਰ ਨੇ ਕਾਨਪੁਰ ਤੋਂ ਲੁਧਿਆਣੇ ਆ ਪਹਿਲਾਂ ਤਾਂ ਇੱਕ ਗੁਰਦੁਆਰੇ ਵਿੱਚ ਸ਼ਰਨ ਲਈ, ਪਰ ਬਾਅਦ ਵਿੱਚ ਗਿੱਲਾਂ ਵਾਲੀ ਨਹਿਰ ਦੇ ਲਾਗਲੀ ਬਸਤੀ ਸ਼ਿਵਨਾਪੁਰੀ ਦੇ ਇੱਕ ਕਮਰੇ ਵਾਲੇ ਮਕਾਨ ਵਿੱਚ ਕਿਰਾਏ 'ਤੇ ਰਹਿਣ ਲੱਗ ਪਿਆ। ਦਮਨ ਦੀ ਦਾਦੀ ਘਰ ਬੈਠੀ ਔਰਤਾਂ ਅਤੇ ਬੱਚਿਆਂ ਦੇ ਕੱਪੜੇ ਸਿਉਣ ਦਾ ਕੰਮ ਕਰਨ ਲੱਗ ਪਈ। ਨਿੱਕੇ ਮੋਟੇ ਕੱਪੜੇ ਸਿਉਣੇ ਉਸਨੇ ਕਾਨਪੁਰ ਹੀ ਸਿੱਖ ਲਏ ਸਨ। ਕੋਈ ਵੀ ਕੰਮ ਨਾ ਮਿਲਣ ਕਾਰਨ ਕੁਝ ਸਮਾਂ ਪ੍ਰੀਥੀ ਵਿਹਲਾ ਹੀ ਰਿਹਾ, ਪਰ ITI ਦਾ ਡਿਪਲੋਮਾ ਕੀਤਾ ਹੋਣ ਕਾਰਨ ਜਿਹੜਾ ਕੰਮ ਉਹ ਕਾਨਪੁਰ ਕਰਿਆ ਕਰਦਾ ਸੀ ਉਹ ਵੀ ਉੱਥੇ ਵੀ ਕਰਨ ਲੱਗ ਪਿਆ। ਘਰੇਲੂ ਵਰਤੋਂ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੀ ਮੁਰੰਮਤ ਉਹ ਘਰ ਬੈਠੇ ਹੀ ਕਰ ਲੈਂਦਾ ਸੀ। ਹੌਲੀ ਹੌਲੀ ਪ੍ਰੀਥੀ ਦਾ ਕੰਮ ਚੰਗਾ ਚੱਲ ਨਿਕਲਿਆ ਅਤੇ ਉਹਨਾਂ ਨੇ 2 ਕਮਰਿਆਂ ਦਾ ਮਕਾਨ ਲੈ ਲਿਆ। ਲੁਧਿਆਣੇ ਆਉਣ ਦੇ 3 ਕੁ ਸਾਲ ਬਾਅਦ ਦਮਨ ਦਾ ਜਨਮ ਹੋਇਆ। ਉਹ ਉੱਥੇ ਹੀ ਪਲੀ ਅਤੇ ਪੜ੍ਹੀ। ਕਾਨਪੁਰੋਂ ਚੱਲ ਕੇ ਲੁਧਿਆਣੇ ਆਉਣ ਤੱਕ ਦੀਆਂ ਸਾਰੀਆਂ ਘਟਨਾਵਾਂ ਬਾਰੇ ਦਮਨ ਦੀ ਦਾਦੀ ਜਾਂ ਉਸਦੀ ਮੰਮੀ ਸਮੇਂ-ਸਮੇਂ 'ਤੇ ਉਸਨੂੰ ਦੱਸਦੀ ਰਹਿੰਦੀ ਸੀ। ਮੈਂ ਦੁਬਾਰਾ ਚਾਹ ਬਣਾ ਕੇ ਲਿਆਉਂਦੀ ਹਾਂ। ਆਪਣੀਆਂ ਗੱਲਾਂ ਰੋਕ ਚੁੰਨੀ ਦੇ ਲੜ ਨਾਲ ਅੱਖਾਂ ਵਿੱਚ ਛਲਕ ਆਏ ਅਥਰੂ ਪੂੰਝਣ ਤੋਂ ਬਾਅਦ ਕਰਨ ਦੇ ਮੋਢੇ ਉੱਤੇ ਹੱਥ ਰੱਖ ਦਮਨ ਹੌਲੀ ਜਿਹੇ ਬੋਲੀ ਸੀ। ਕਰਨ ਨੂੰ ਬੜੇ ਹੀ ਧਿਆਨ ਨਾਲ ਆਪਣੀਆਂ ਗੱਲਾਂ ਸੁਣਦੇ ਦੇਖ ਕੈਨੇਡਾ ਆਉਣ 'ਤੇ ਪਹਿਲੀ ਵਾਰ ਦਮਨ ਨੂੰ ਮਹਿਸੂਸ ਹੋਇਆ ਜਿਵੇਂ ਉਸਦੇ ਦਿਲ ਦੀਆਂ ਸੁਣਨ ਵਾਲਾ ਵੀ ਉੱਥੇ ਕੋਈ ਹੈ। ਠੀਕ ਆ, ਪਰ ਜਲਦੀ ਕਰ, ਮੈਂ ਤੇਰੀਆਂ ਬਾਕੀ ਗੱਲਾਂ ਵੀ ਸੁਣਨੀਆਂ ਨੇ। ਘੜੀ ਵੱਲ ਦੇਖ ਕਰਨ ਨੂੰ ਸਮੇਂ ਦੇ ਭੱਜੇ ਜਾਣ ਦਾ ਅਹਿਸਾਸ ਹੋਇਆ, ਪਰ ਦਮਨ ਦੀ ਪੂਰੀ ਗੱਲ ਸੁਣੇ ਬਿਨਾਂ ਉਸਦਾ ਉੱਥੋਂ ਉੱਠਣ ਦਾ ਮਨ ਨਾ ਮੰਨਿਆ। ਲੁਧਿਆਣੇ ਦੇ ਗੌਰਮੈਂਟ ਕਾਲਜ ਤੋਂ BSc ਦੀ ਡਿਗਰੀ ਪ੍ਰਾਪਤ ਕਰਨ ਤੋਂ ਕੁਝ ਸਮਾਂ ਬਾਅਦ ਦਮਨ ਨੂੰ ਲੱਗਿਆ ਜਿਵੇਂ ਸਰਕਾਰੀ ਨੌਕਰੀਆਂ ਦਾ ਉੱਥੇ ਕਾਲ ਹੀ ਪੈ ਗਿਆ ਹੋਵੇ। ਜਿੱਥੇ ਕਿਤੇ ਵੀ ਉਸਨੇ ਸਰਕਾਰੀ ਨੌਕਰੀ ਲਈ ਅਪਲਾਈ ਕੀਤਾ, ਉੱਤੋਂ ਹੀ ਉਸਨੂੰ ਨਿਰਾਸ਼ਤਾ ਮਿਲੀ। ਅਧਿਆਪਕ ਲੱਗਣ 'ਤੇ ਵੀ 8-9 ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਮਿਲਣੀ ਆ, ਉਹ ਵੀ ਠੇਕੇ 'ਤੇ। B.Ed ਕਰਕੇ ਅਧਿਆਪਕ ਲੱਗਣ ਦਾ ਖਿਆਲ ਵੀ ਦਮਨ ਨੇ ਛੱਡ ਦਿੱਤਾ, ਕਿਉਂਕਿ ਉਹ ਨਿੱਤ ਹੀ ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ 'ਤੇ ਮੁਜ਼ਾਹਰੇ ਕਰਦੀ ਦੇਖਦੀ ਸੀ। ਆਪਣੀ ਪੜ੍ਹਾਈ ਦੌਰਾਨ ਉਹ ਆਪਣੇ ਪਰਿਵਾਰ ਦੇ ਇਕੱਲੇ ਮੈਂਬਰ ਨੂੰ ਦਿਨ ਰਾਤ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਦੇਖਦੀ ਤਾਂ ਦਮਨ ਦਾ ਮਨ ਕਰਦਾ ਕਿ ਉਹ ਵੀ ਉਹਨਾਂ ਲਈ ਕੁਝ ਕਰੇ, ਪਰ ਉਸਦਾ ਕਿਸੇ ਵੀ ਪਾਸੇ ਹੱਥ ਨਹੀਂ ਸੀ ਪੈ ਰਿਹਾ। ਉਸਨੇ ਕੁਝ ਮਹੀਨੇ ਆਸ-ਪਾਸ ਦੇ ਘਰਾਂ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਈ। ਇੱਕ ਪ੍ਰਾਈਵੇਟ ਕੰਪਨੀ ਵਿੱਚ ਕਲਰਕ ਦੀ ਨੌਕਰੀ ਵੀ ਕੀਤੀ। ਭਾਵੇਂ ਤਨਖਾਹ ਉੱਤੇ ਨਾ ਮਾਤਰ ਹੀ ਮਿਲਦੀ ਸੀ, ਪਰ ਵਿਹਲੇ ਬੈਠਣ ਰਹਿਣ ਨਾਲੋਂ ਤਾਂ ਉਸਨੂੰ ਕੁਝ ਚੰਗਾ ਜ਼ਰੂਰ ਲੱਗਿਆ। ਚਾਹ ਬਣਾਉਂਦੇ ਸਮੇਂ ਵੀ ਦਮਨ ਕਰਨ ਨੂੰ ਆਪਣੇ ਬਾਰੇ ਕੁਝ ਨਾ ਕੁਝ ਦੱਸਦੀ ਰਹੀ। ਉਸ ਦੀਆਂ ਗੱਲਾਂ ਸੁਣਦੇ ਸਮੇਂ 2-3 ਵਾਰ ਘੜੀ ਵੱਲ ਦੇਖ ਕਰਨ ਦਾ ਮਨ ਕੀਤਾ ਕਿ ਉਹ ਉੱਠ ਕੇ ਚਲਾ ਜਾਏ, ਪਰ ਦਮਨ ਦੀਆਂ ਗੱਲਾਂ ਵਿੱਚ ਕਦੇ ਕੋਈ ਅਜਿਹਾ ਮੋੜ ਵੀ ਆ ਜਾਂਦਾ ਜਿਸ ਤੋਂ ਹੋਰ ਅੱਗੇ ਜਾਣਨ ਲਈ ਕਰਨ ਢਿੱਲਾ ਜਿਹਾ ਹੋ ਬੈਠ ਜਾਂਦਾ। ਲੁਧਿਆਣੇ ਦੀ ਕੰਪਨੀ ਦੇ ਦਫ਼ਤਰ ਵਿੱਚ ਦਮਨ ਦੇ ਨਾਲ ਕਿਰਨ ਨਾਂ ਦੀ ਇੱਕ ਹੋਰ ਕੁੜੀ ਵੀ ਕੰਮ ਕਰਦੀ ਸੀ। ਜਦ ਕਦੇ ਕਿਰਨ ਦਫ਼ਤਰੀ ਕੰਮ ਵੱਲੋਂ ਵਿਹਲੀ ਹੁੰਦੀ ਤਾਂ ਕੋਈ ਨਾ ਕੋਈ ਕਿਤਾਬ ਖੋਲ੍ਹ ਕੇ ਪੜ੍ਹਨ ਲੱਗ ਬੈਠਦੀ। ਇਹ ਕੀ ਪੜ੍ਹਦੀ ਰਹਿੰਦੀ ਹੈ ਕਿਰਨ? ਇੱਕ ਦਿਨ ਦਮਨ ਨੇ ਉਸਨੂੰ ਪੁੱਛਿਆ। ਕਾਹਦਾ ਪੜ੍ਹਨਾ ਦਮਨ, ਮੈਂ ਤਾਂ ਐਵੇਂ ਹਵਾ ਵਿੱਚ ਹੀ ਤੀਰ ਚਲਾ ਰਹੀ ਹਾਂ। ਕਿਰਨ ਨੇ ਹੌਕਾ ਲੈ ਗੋਲ ਮੋਲ ਗੱਲ ਕੀਤੀ। ਫਿਰ ਵੀ ਕੁਝ ਤਾਂ ਪਤਾ ਚੱਲੇ। ਦਮਨ ਨੇ ਫਿਰ ਸਵਾਲ ਕੀਤਾ। ਪਿਛਲੇ 2 ਸਾਲ ਤੋਂ IELTS ਦੀ ਤਿਆਰੀ ਕਰ ਰਹੀ ਹਾਂ, ਪਰ ਪੜ੍ਹਾਈ ਦੇ ਬਹਾਨੇ ਬਾਹਰ ਜਾਣ ਲਈ ਜਿੰਨੇ ਬੈਂਡ ਚਾਹੀਦੇ ਨੇ ਉਨੇ ਆ ਨਹੀਂ ਰਹੇ। ਕਿਰਨ ਨੇ ਨਿਰਾਸ਼ਾ ਭਰੇ ਬੋਲਾਂ ਨਾਲ ਆਪਣੀ ਅਸਲੀਅਤ ਦੱਸੀ। ਫਿਰ ਤਾਂ ਬਾਹਰ ਉਡਾਰੀ ਮਾਰਨ ਦੀ ਤਿਆਰੀ ਹੋ ਰਹੀ ਆ, ਦਮਨ ਦੇ ਮਜ਼ਾਕੀਆ ਲਹਿਜੇ 'ਚ ਆਖਿਆ। ਤੈਨੂੰ ਪਤਾ ਹੀ ਹੈ ਦਮਨ, ਇੱਥੇ ਤਾਂ ਹੁਣ ਕੁਝ ਦਿੰਦਾ ਨਹੀਂ। ਦੇਖ ਲੈ, ਪੜ੍ਹ ਲਿਖ ਕੇ ਵੀ ਧੱਕੇ ਖਾ ਰਹੀ ਹਾਂ। ਸੋਚਿਆ ਸ਼ਾਇਦ ਇਸੇ ਤਰ੍ਹਾਂ ਹੀ ਕਿਧਰੇ ਦਾ ਲੱਗ ਜੇ, ਪਰ ਇੰਨੀ ਚੰਗੀ ਕਿਸਮਤ ਆਪਣੀ ਲੱਗਦੀ ਨਹੀਂ। ਕਿਰਨ ਨੇ ਗੱਲ ਹੋਰ ਅੱਗੇ ਤੋਰੀ ਸੀ। ਕੋਈ ਅਕੈਡਮੀ ਜੁਆਇਨ ਕਰ ਲੈ, ਦਮਨ ਨੇ ਸਲਾਹ ਦਿੱਤੀ। ਇੰਨੇ ਪੈਸੇ ਕਿੱਥੋਂ ਲਿਆਵਾਂ? ਜਿੰਨੇ ਕੁ ਮਿਲਦੇ ਨੇ ਉਹਨਾਂ ਨਾਲ ਤਾਂ ਦਫ਼ਤਰ ਆਉਣ ਜਾਣ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਪਰਿਵਾਰਕ ਹਾਲਤ ਵੀ ਜ਼ਿਆਦਾ ਚੰਗਾ ਨਹੀਂ। ਕੁਝ ਪਲ ਚੁੱਪ ਹੋਣ ਤੋਂ ਬਾਅਦ ਝਿਜਕਦੇ ਜਿਹੇ ਬੋਲਦਿਆਂ ਕਿਰਨ ਦੀ ਆਵਾਜ਼ ਭਾਰੀ ਹੋ ਗਈ। ਦਮਨ ਦੇ ਲਾਗੇ ਬੈਠ ਕਰਨ ਨੂੰ ਲੱਗਿਆ ਜਿਵੇਂ ਇਹ ਗੱਲ ਦੱਸਦਿਆਂ ਦਮਨ ਦਾ ਵੀ ਕਿਰਨ ਵਾਲਾ ਹੀ ਹਾਲ ਹੋ ਗਿਆ ਹੋਵੇ। ਉਸ ਪਲ ਹੌਲੀ ਜਿਹੇ ਕਰਨ ਦਾ ਹੱਥ ਆਪਣੇ ਮੋਢੇ ਉੱਤੇ ਆ ਟਿਕਣ 'ਤੇ ਦਮਨ ਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਗੈਬੀ ਤਾਕਤ ਨੇ ਉਸਨੂੰ ਅੱਗੇ ਵਧਣ ਲਈ ਹੌਸਲਾ ਦਿੱਤਾ ਹੋਵੇ। ਆਪਣੇ ਦਫ਼ਤਰ ਨੂੰ ਜਾਂਦੇ ਸਮੇਂ ਆਸੇ-ਪਾਸੇ IELTS ਸੈਂਟਰਾਂ ਦੇ ਲਟਕਦੇ ਬੋਰਡਾਂ ਵੱਲ ਦਮਨ ਦੀ ਨਜ਼ਰ ਅਕਸਰ ਹੀ ਜਾਂਦੀ ਸੀ। ਉਹਨਾਂ ਸੈਂਟਰਾਂ ਅੱਗੇ ਮੁੰਡੇ ਕੁੜੀਆਂ ਨੂੰ ਗਰੁੱਪਾਂ ਵਿੱਚ ਖੜ੍ਹੇ ਵੀ ਉਸਨੂੰ ਬਹੁਤ ਵਾਰ ਦੇਖਿਆ, ਪਰ IELTS ਬਾਰੇ ਉਸਨੇ ਉਨੀ ਗੰਭੀਰਤਾ ਨਾਲ ਪਹਿਲਾਂ ਕਦੇ ਨਹੀਂ ਸੀ ਸੋਚਿਆ ਜਿੰਨਾ ਕਿਰਨ ਨਾਲ ਗੱਲ ਕਰਨ ਤੋਂ ਬਾਅਦ ਉਹ ਸੋਚਣ ਲੱਗ ਪਈ ਸੀ। ਕਿਉਂ ਨਾ ਮੈਂ ਵੀ IELTS ਦੀ ਤਿਆਰੀ ਕਰਾਂ, ਸ਼ਾਇਦ ਕੋਈ ਚਮਤਕਾਰ ਹੋ ਹੀ ਜੇ। ਉਸ ਰਾਤ ਆਪਣੇ ਬਿਸਤਰੇ 'ਤੇ ਪਈ ਦਮਨ ਦੇ ਦਿਮਾਗ ਦੀ ਬੱਤੀ ਜਲੀ ਤਾਂ ਉਸਦਾ ਮਨ ਕੀਤਾ ਕਿ ਉਹ ਉਸੇ ਪਲ ਆਪਣੀ ਮੰਮੀ ਨਾਲ ਇਸ ਬਾਰੇ ਗੱਲ ਕਰੇ, ਪਰ ਦੂਸਰੇ ਕਮਰੇ ਵਿੱਚ ਪਈ ਹੋਣ 'ਤੇ ਦਮਨ
ਉਸ ਨਾਲ ਗੱਲ ਨਹੀਂ ਸੀ ਕਰ ਸਕੀ। ਉਧਰ ਅੱਧੀ ਰਾਤ ਤੱਕ ਦਮਨ ਲੁਧਿਆਣੇ ਉਡਾਰੀ ਮਾਰ ਕੈਨੇਡਾ ਪਹੁੰਚ ਜਾਣ ਦੇ ਸੁਪਨੇ ਦੇਖਦੀ ਰਹੀ। ਧੀਏ ਇੰਨੇ ਪੈਸੇ ਕਿੱਥੋਂ ਲਿਆਈਏ? ਦਿਨ ਚੜ੍ਹਦੇ ਹੀ ਆਪਣੇ ਮਨ ਅੰਦਰਲੀ ਗੱਲ ਦਮਨ ਨੇ ਕੇਸਰੀ ਨਾਲ ਸਾਂਝੀ ਕੀਤੀ ਤਾਂ ਦੋ ਕੁ ਪਲ ਤੱਕ ਕੇਸਰੀ ਦੀਆਂ ਅੱਖਾਂ ਵੀ ਖੁਸ਼ੀ ਨਾਲ ਚਮਕੀਆਂ, ਪਰ ਉਸ ਤੋਂ ਬਾਅਦ ਉਹਨਾਂ ਵਿੱਚ ਬਲਣ ਲੱਗੇ ਚਿਰਾਗ ਜਿਵੇਂ ਇੱਕਦਮ ਹੀ ਬੁਝ ਗਏ ਹੋਣ। ਆਪਣੀ ਮੰਮੀ ਦੀ ਗੱਲ ਸੁਣ ਦਮਨ ਦੇ ਜ਼ਿਹਨ ਵਿੱਚ ਵੀ ਬਲ ਰਹੀ ਚਿਰਾਗ ਦੀ ਲੋ ਡੋਲਣ ਲੱਗ ਪਈ। ਕੋਈ ਨਾ, ਤੂੰ ਤਿਆਰੀ ਕਰ, ਅਸੀਂ ਸਾਰੇ ਰਲ ਕੇ ਤੇਰੇ ਲਈ ਦਿਨ ਰਾਤ ਕੰਮ ਕਰਾਂਗੇ। ਕੇਸਰੀ ਦੀ ਗੱਲ ਸੁਣਨ ਤੋਂ ਬਾਅਦ ਦਮਨ ਗਰਦਨ ਲਟਕਾ ਕਮਰੇ ਅੰਦਰ ਜਾਣ ਲਈ ਅੱਗੇ ਵਧੀ ਤਾਂ ਦਰਵਾਜ਼ੇ ਲਾਗੇ ਖੜੀ ਗੁਰਦੀਤੀ ਨੇ ਬਾਂਹ ਫੜ ਉਸ ਨੂੰ ਛਾਤੀ ਨਾਲ ਲਾ ਲਿਆ। ਉਸ ਸਮੇਂ ਆਪਣੇ ਪਿੰਡੇ ਦੁਆਲੇ ਵਾਲੀਆਂ ਦਾਦੀ ਦੀਆਂ ਬਾਹਾਂ ਦਾ ਨਿੱਘ ਮਹਿਸੂਸ ਕਰ ਦਮਨ ਨੂੰ ਲੱਗਿਆ ਜਿਵੇਂ ਉਸਦੇ ਜ਼ਿਹਨ ਵਿੱਚ ਜਗਦੇ ਚਿਰਾਗ ਦੀ ਲਾਟ ਬਿਨਾਂ ਡੋਲੇ ਬਲਣ ਲੱਗ ਪਈ ਹੋਵੇ। ਤੂੰ ਫਿਕਰ ਨਾ ਕਰ। ਉਹਨਾਂ ਤੋਂ ਥੋੜੀ ਹੀ ਦੂਰੀ ਤੇ ਕੁਰਸੀ ਤੇ ਬੈਠ ਚਾਹ ਪੀ ਰਹੀ ਪ੍ਰਿਥਵੀ ਨੇ ਵੀ ਦਮਨ ਨੂੰ ਹੱਲਾਸ਼ੇਰੀ ਦਿੱਤੀ। ਉਸ ਸਮੇਂ ਦਮਨ ਨੇ ਦਫ਼ਤਰ ਪਹੁੰਚਣ ਕਿਰਨ ਤੋਂ ਆਈਲੈਟਸ ਦੇ ਪੇਪਰ ਸੰਬੰਧੀ ਪੂਰੀ ਜਾਣਕਾਰੀ ਲਈ। ਸ਼ਾਇਦ ਉਸਦੇ ਵੀ ਬਾਹਰ ਜਾਣ ਦੇ ਦਰਵਾਜ਼ੇ ਖੁੱਲ੍ਹ ਜਾਣ। ਇਹ ਸੋਚ ਦਮਨ ਆਈਲੈਟਸ ਦਾ ਇਮਤਿਹਾਨ ਪਾਸ ਕਰਨ ਲਈ ਆਪਣੇ ਆਪ ਤਿਆਰੀ ਕਰਨ ਲੱਗ ਪਈ। ਇੱਕ ਵਾਰ ਉੱਥੇ ਪਹੁੰਚ ਗਈ ਤਾਂ ਘਰ ਦੇ ਸਾਰੇ ਰੋਣੇ ਧੋਣੇ ਧੋ ਦਿਆਂਗੀ। ਦਿਨ ਵਿੱਚ ਕਈ ਵਾਰ ਇਸ ਗੱਲ ਨੂੰ ਦਮਨ ਮਨ ਹੀ ਮਨ ਦੁਹਰਾਉਂਦੀ ਸੀ, ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ, ਘਰ ਦੇ ਕੰਮ ਮੈਂ ਆਪੇ ਕਰ ਲੂੰ। ਜਦ ਕਦੇ ਵੀ ਦਮਨ ਕੇਸਰੀ ਦੀ ਮਦਦ ਲਈ ਰਸੋਈ ਅੰਦਰ ਜਾਂਦੀ ਤਾਂ ਉਹ ਉਸ ਸਮੇਂ ਦਮਨ ਦੀ ਬਾਂਹ ਫੜ ਉਸ ਨੂੰ ਬਾਹਰ ਭੇਜ ਦਿੰਦੀ। ਜਿੰਨੇ ਬੈਂਡਸ ਉਸ ਨੂੰ ਕੈਨੇਡਾ ਜਾਣ ਲਈ ਚਾਹੀਦੇ ਸਨ ਉਹ ਉਸਨੇ ਪਹਿਲੀ ਵਾਰ ਹੀ ਲੈ ਲਏ, ਪਰ ਬਾਹਰ ਜਾਣ ਵਾਲੇ ਖਰਚਿਆਂ ਲਈ ਪੈਸੇ ਦਾ ਇੰਤਜ਼ਾਮ ਉਸਦੇ ਮਾਪਿਆਂ ਕੋਲੋਂ ਨਹੀਂ ਸੀ ਹੋ ਰਿਹਾ। ਘਰ ਦੀਆਂ ਸਾਰੀਆਂ ਨੌਕਰਾਂ ਫਰੋਲਣ ਤੋਂ ਬਾਅਦ ਜਿੰਨੇ ਕੁ ਪੈਸੇ ਦਮਨ ਦੇ ਪਰਿਵਾਰ ਨੇ ਇਕੱਠੇ ਕੀਤੇ ਉਹਨਾਂ ਨਾਲ ਗੱਲ ਨਹੀਂ ਸੀ ਬਣ ਸਕਦੀ। ਪ੍ਰੀਤੀ ਨੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ 2 ਬੈਂਕਾਂ ਕੋਲ ਕਰਜ਼ੇ ਵਾਸਤੇ ਵੀ ਪਹੁੰਚ ਕੀਤੀ, ਪਰ ਕਿਸੇ ਵੀ ਤਰ੍ਹਾਂ ਦੀ ਗਰੰਟੀ ਉਸ ਕੋਲ ਦਿੱਤੀ ਨਾ ਜਾ ਸਕੀ, ਜਿਸ ਕਾਰਨ ਦੋਵੇਂ ਬੈਂਕਾਂ ਨੇ ਉਸ ਨੂੰ ਜਵਾਬ ਦੇ ਦਿੱਤਾ, ਅਸੀਂ ਤੁਹਾਡੀ ਬੇਟੀ ਦੇ ਬਾਹਰ ਜਾਣ ਵਾਲੇ ਸਾਰੇ ਖਰਚੇ ਦਾ ਪ੍ਰਬੰਧ ਕਰਨ ਲਈ ਤਿਆਰ ਹਾਂ। ਉਸ ਸਮੇਂ ਦੌਰਾਨ ਜਗਰਾਉਂ ਲਾਗਲੇ ਇੱਕ ਪਿੰਡ ਦੇ ਪਰਿਵਾਰ ਵੱਲੋਂ ਦਮਨ ਦੇ ਮਾਪਿਆਂ ਤੱਕ ਪਹੁੰਚ ਕਰ ਆਖੀ ਗੱਲ ਸੁਣ ਪ੍ਰੀਤੀ ਦੀਆਂ ਅੱਖਾਂ ਵਿੱਚ ਇੱਕਦਮ ਹੀ ਚਮਕ ਆ ਗਈ। ਉਸ ਪਰਿਵਾਰ ਨੂੰ ਦਮਨ ਦੇ ਆਈਲੈਟਸ ਪਾਸ ਕਰਨ ਬਾਰੇ ਪਤਾ ਲੱਗ ਗਿਆ ਸੀ। ਉਹਨਾਂ ਤੱਕ ਇਹ ਖਬਰ ਵੀ ਪਹੁੰਚ ਗਈ ਸੀ ਕਿ ਦਮਨ ਦੇ ਮਾਪੇ ਉਸ ਦੇ ਬਾਹਰ ਜਾਣ ਲਈ ਪੈਸਾ ਦਾ ਪ੍ਰਬੰਧ ਨਹੀਂ ਕਰ ਸਕੇ। ਉਸ ਪਰਿਵਾਰ ਦਾ ਇੱਕ ਮੁੰਡਾ ਕੈਨੇਡਾ ਜਾਣ ਲਈ ਰੱਸੇ ਤੁੜਾ ਰਿਹਾ ਸੀ, ਪਰ ਕਈ ਕੋਸ਼ਿਸ਼ਾਂ ਕਰਨ 'ਤੇ ਵੀ ਉਸ ਕੋਲੋਂ ਆਈਲੈਟਸ ਦਾ ਪੇਪਰ ਪਾਸ ਨਹੀਂ ਸੀ ਕੀਤਾ ਗਿਆ। ਉਹ ਪਰਿਵਾਰ ਚਾਹੁੰਦਾ ਸੀ ਕਿ ਦਮਨ ਉਹਨਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਵੇ। ਕੈਨੇਡਾ ਪਹੁੰਚਣ 'ਤੇ ਉਸ ਨੂੰ ਜਦੋਂ ਵੀ ਉੱਥੋਂ ਦੀ ਪੱਕੀ ਨਾਗਰਿਕਤਾ ਮਿਲੇ ਤਾਂ ਸ਼ਾਦੀशुदा ਹੋਣ ਕਾਰਨ ਦਮਨ ਉਹਨਾਂ ਦੇ ਮੁੰਡੇ ਨੂੰ ਵੀ ਉੱਥੇ ਬੁਲਾ ਲਵੇ। ਵਿਆਹ ਸਮੇਂ ਹੋਣ ਵਾਲੇ ਸਾਰੇ ਖਰਚੇ ਵੀ ਦੇਣ ਲਈ ਉਹ ਪਰਿਵਾਰ ਤਿਆਰ ਸੀ। 2-2.5 ਮਹੀਨੇ ਦੇ ਅੰਦਰ ਉਹ ਪਰਿਵਾਰ ਕਈ ਵਾਰ ਦਮਨ ਦੇ ਮਾਪਿਆਂ ਨੂੰ ਮਿਲ ਚੁੱਕਾ ਸੀ, ਪਰ ਦਮਨ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਕੋਲੋਂ ਉਹਨਾਂ ਨੂੰ ਹਾਂ ਆਖਣ ਦੀ ਹਿੰਮਤ ਨਹੀਂ ਸੀ ਪਈ। ਹਾਂ ਆਖਣ ਲਈ ਪ੍ਰੀਤੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ, ਕਿਉਂਕਿ ਪੈਸੇ ਦਾ ਪ੍ਰਬੰਧ ਉਸ ਕੋਲੋਂ ਕਿਸੇ ਵੀ ਤਰ੍ਹਾਂ ਨਹੀਂ ਸੀ ਹੋ ਸਕਣਾ ਅਤੇ ਦਮਨ ਨੂੰ ਉਹ ਹਰ ਹੀਲੇ ਬਾਹਰ ਭੇਜਣਾ ਚਾਹੁੰਦਾ ਸੀ। ਪ੍ਰੀਤੀ ਨੇ ਕੇਸਰੀ ਅਤੇ ਗੁਰਦੀਤੀ ਨਾਲ ਵੀ ਸਲਾਹ ਕੀਤੀ, ਪਰ ਉਹ ਆਪਣੇ ਆਪ ਨੂੰ ਹਾਂ ਆਖਣ ਲਈ ਤਿਆਰ ਨਹੀਂ ਸਨ ਕਰ ਸਕੀਆਂ। ਬਾਹਰ ਨਾ ਜਾਣਾ ਤਾਂ ਮਨਜ਼ੂਰ ਆ, ਪਰ ਮੈਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਇੱਕ ਦਿਨ ਪ੍ਰੀਤੀ ਨੇ ਜ਼ੇਰਾ ਕਰ ਦਮਨ ਨੂੰ ਆਪਣੀ ਰਾਏ ਦੱਸਣ ਲਈ ਆਖਿਆ ਤਾਂ ਉਸਨੇ ਕੜਕਦੀ ਆਵਾਜ਼ ਵਿੱਚ ਇਹ ਜਵਾਬ ਦੇ ਸਭ ਦਾ ਮੂੰਹ ਬੰਦ ਕਰ ਦਿੱਤਾ, ਦਿਲ ਛੋਟਾ ਨਾ ਕਰ ਧੀਏ, ਮੈਂ ਅਜੇ ਜਿਉਂਦੀ ਹਾਂ, ਤੇਰੀ ਰਜ਼ਾਮੰਦੀ ਤੋਂ ਬਿਨਾਂ ਕੋਈ ਕੁਝ ਨਹੀਂ ਕਰ ਸਕਦਾ। ਆਪਣੇ ਲਾਗੇ ਖੜੀ ਦਮਨ ਦੇ ਬੁੱਲ੍ਹਾਂ ਵਿੱਚੋਂ ਨਿਕਲੀ ਗੱਲ ਸੁਣ ਗੁਰਦੀਤੀ ਨੇ ਉਸ ਨੂੰ ਬੁੱਕਲ ਵਿੱਚ ਲਿਆ ਤਾਂ ਮਨ ਫੁੱਟ ਕੇ ਰੋਣ ਲੱਗ ਪਈ। ਰੋ ਨਾ ਮੇਰੀ ਬੱਚੀਏ। ਦਮਨ ਦਾ ਰੋਣਾ ਗੁਰਦੀਤੀ ਕੋਲੋਂ ਸਹਾਰਿਆ ਨਾ ਗਿਆ। ਆਹ ਲਓ, ਇਹਨਾਂ ਨੂੰ ਵੇਚ ਕੇ ਇਸ ਦੇ ਜਾਣ ਦੀ ਤਿਆਰੀ ਕਰੋ। ਕੁਝ ਪਲ ਦਮਨ ਨੂੰ ਆਪਣੀ ਛਾਤੀ ਨਾਲ ਲਾ ਕੇ ਖੜਨ ਤੋਂ ਬਾਅਦ ਗੁਰਦੀਤੀ ਬੜੀ ਤੇਜ਼ੀ ਨਾਲ ਆਪਣੇ ਕਮਰੇ ਅੰਦਰ ਗਈ ਅਤੇ ਕੁਝ ਮਿੰਟਾਂ ਬਾਅਦ ਆਪਣੇ ਹੱਥ ਵਿੱਚ ਫੜੀ ਸੋਨੇ ਦੇ ਗਹਿਣਿਆਂ ਵਾਲੀ ਪੋਟਲੀ ਪ੍ਰੀਤੀ ਨੂੰ ਲਿਆ ਫੜਾਈ, ਜਿਹੜੀ ਉਸਨੇ ਪਤਾ ਨਹੀਂ ਕਦੋਂ ਕੁ ਦੀ ਸਾਂਭ ਕੇ ਰੱਖੀ ਹੋਈ ਸੀ। ਆਪਣੀ ਜ਼ਿੰਦਗੀ ਨਾਲ ਜੁੜੀਆਂ ਸਭ ਘਟਨਾਵਾਂ ਕਰਨ ਨੂੰ ਸੁਣਾਉਣ ਤੋਂ ਬਾਅਦ ਦਮਨ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਹੀ ਸੀ, ਪਰ ਬਹੁਤ ਹੀ ਬੋਝਲ ਹੋ ਗਏ ਮਾਹੌਲ ਵਿੱਚੋਂ ਬਾਹਰ ਨਿਕਲਣ ਲਈ ਕਰਨ ਨੂੰ ਕਾਫੀ ਸਮਾਂ ਲੱਗ ਗਿਆ। ਦਮਨ ਦੇ ਚੁੱਪ ਹੋ ਕੇ ਬੈਠ ਜਾਣ 'ਤੇ ਕਰਨ ਦਾ ਮਨ ਕੀਤਾ ਸੀ ਕਿ ਉਹ ਅੱਗੇ ਹੋ ਦਮਨ ਨੂੰ ਆਪਣੀ ਛਾਤੀ ਨਾਲ ਲਾ ਲਵੇ, ਪਰ ਉਸਨੇ ਬੜੀ ਹੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਅਜਿਹਾ ਕਰਨੋਂ ਰੋਕ ਰੱਖਿਆ। ਸਹਿਜ ਹੋਣ ਤੋਂ ਬਾਅਦ ਕਰਨ ਨੇ ਦਮਨ ਦੀ ਬੇਸਮੈਂਟ ਦੇ ਇੱਕ ਕੋਨੇ ਨੂੰ ਤੁਰ ਫਿਰ ਕੇ ਦੇਖਿਆ। ਇਹ ਸਭ ਕੁਝ ਕਰਦੇ ਸਮੇਂ ਖਿਲਰੀਆਂ ਪਈਆਂ ਦਮਨ ਦੀਆਂ ਕਈ ਚੀਜ਼ਾਂ ਵੀ ਕਰਨ ਦੀਆਂ ਅੱਖਾਂ ਦੀ ਪਕੜ ਤੋਂ ਨਹੀਂ ਸਨ ਬਚ ਸਕੀਆਂ। ਉਹਨਾਂ ਵਿੱਚੋਂ ਕਈਆਂ ਨੂੰ ਕਰਨ ਨੇ ਚੁੱਕ ਕੇ ਦੇਖਿਆ। ਉਸ ਸਮੇਂ ਦਮਨ ਵੀ ਕਰਨ ਦੇ ਪਿੱਛੇ ਚੁੱਪਚਾਪ ਤੁਰੀ ਫਿਰਦੀ ਰਹੀ। ਦਮਨ, ਇਸ ਤਰ੍ਹਾਂ ਹੀ ਰਾਜਮਾ ਚਾਵਲ ਬਣਾ ਕੇ ਖਵਾਉਂਦੀ ਰਹੇਂਗੀ ਤਾਂ ਮੈਂ ਤੇਰੇ ਨਾਲ ਬੇਸਮੈਂਟ ਸ਼ੇਅਰ ਕਰਨ ਲਈ ਤਿਆਰ ਹਾਂ।
ਉੱਥੋਂ ਤੁਰਨ ਤੋਂ ਪਹਿਲਾਂ ਕਰਨ ਦੀ ਆਖੀ ਗੱਲ ਸੁਣ ਮੂੰਹ ਲਟਕਾਈ ਫਿਰਦੀ ਦਮਨ ਜਿਵੇਂ ਡੂੰਘੇ ਪਾਣੀਆਂ ਵਿੱਚੋਂ ਛੜੱਪਾ ਮਾਰ ਬਾਹਰ ਨਿਕਲ ਆਈ ਹੋਵੇ। ਥੈਂਕ ਯੂ ਕਰਨ ਜੀ। ਦਮਨ ਨੇ ਅੱਗੇ ਬਾਅਦ ਆਪਣੇ ਚਿਹਰੇ 'ਤੇ ਮੁਸਕਰਾਹਟ ਲਿਆਉਂਦਿਆਂ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਲਏ ਸਨ। ਚੱਲੀਏ, ਉਹ ਤਾਂ ਤੈਨੂੰ ਬਹੁਤ ਚਾਹੁੰਦਾ ਏ, ਤੂੰ ਹੀ ਉਸ 'ਤੇ ਸ਼ੱਕ ਕਰਦੀ ਰਹਿੰਦੀ ਹੈ। ਉਸ ਰਾਤ ਕਰਨ ਦੇ ਡਿਊਟੀ 'ਤੇ ਗਏ ਹੋਣ 'ਤੇ ਬੇਸਮੈਂਟ ਅੰਦਰ ਪਿਆ ਦਮਨ ਦੇ ਅੰਦਰੋਂ ਆਵਾਜ਼ ਆਈ ਤਾਂ ਕਰਨ ਬਾਰੇ ਜਿਹੜੇ ਨਿੱਕੇ ਨਿੱਕੇ ਸ਼ੰਕੇ ਉਸਦੇ ਮਨ 'ਚ ਉੱਭਰ ਰਹੇ ਸਨ ਉਹ ਸਭ ਉਸਨੂੰ ਝੂਠੇ ਲੱਗਣ ਲੱਗ ਪਏ।